ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਇਸ ਗਵਾਂਢਣ ਨੂੰ ਇਹ ਉਹੀ ਹੈ ਜਿਸਨੇ ਕਿ ਦਿਲਰੋਜ਼ ਨੂੰ ਖਤਮ ਕਰ ਦਿੱਤਾ ਸੀ। ਪੁਲਿਸ ਦੇ ਨਾਲ ਬੈਠ ਕੇ ਵੀ ਕਿਵੇਂ ਤਾਬੜਤੋੜ ਗੱਲਾਂ ਕਰ ਰਹੀ ਸੀ, ਕਿਸ ਤਰ੍ਹਾਂ ਦੇ ਨਾਲ ਬੋਲ ਰਹੀ ਸੀ। ਲੋਕਾਂ ਦਾ ਕਹਿਣਾ ਸੀ ਕਿ ਜਲਦ ਹੀ ਇਸ ਮਾਮਲੇ ਦੇ ਵਿੱਚ ਇਨਸਾਫ ਮਿਲੇਗਾ ਅਤੇ ਇਸ ਨੂੰ ਸਖਤ ਤੋਂ ਸਖਤ ਸਜ਼ਾ ਵੀ ਮਿਲ ਕੇ ਰਹੇਗੀ। ਪਰ ਆਖਿਰਕਾਰ ਇਸ ਮਾਮਲੇ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ? ਇਸ ਬਾਰੇ ਵਕੀਲ ਸਾਹਿਬ ਦੇ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ। ਦੱਸਦੀ ਹੈ ਕਿ ਇਹ ਗੱਲਾਂ ਕਹਿਣ ਵਾਲੇ ਕਿ ਜਲਦ ਹੀ ਇਸ ਮਾਮਲੇ ਦੇ ਵਿੱਚ ਇਨਸਾਫ ਮਿਲੇਗਾ, ਹਫ਼ਤੇ ਦੇ ਵਿੱਚ ਫਾਂਸੀ ਦੀ ਸਜ਼ਾ ਮਿਲ ਜਾਵੇਗੀ। ਇਹ ਸਾਰੀਆਂ ਗੱਲਾਂ ਨੂੰ ਹੁਣ ਸ਼ੱਕ ਦੀ ਨਿਗਾਹ ਦੇ ਨਾਲ ਲੋਕਾਂ ਦੇ ਵੱਲੋਂ ਦੇਖਿਆ ਜਾ ਰਿਹਾ ਹੈ। ਉਹ ਇਸ ਕਰਕੇ ਹੈ ਕਿਉਂਕਿ 15 ਦਿਨ ਬੀਤ ਜਾਣ ਦੇ ਮਗਰੋਂ ਵੀ ਇਸ ਮਾਮਲੇ ਦੇ ਵਿੱਚ ਹੁਣ ਤੱਕ ਚਲਾਨ ਤੱਕ ਨਹੀਂ ਪੇਸ਼ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਦਿਲਰੋਜ਼ ਦੇ ਵਕੀਲ ਦੇ ਵੱਲੋਂ ਇਹ ਦੱਸਿਆ ਗਿਆ ਕਿ ਹੁਣ ਤੱਕ ਇਸ ਮਾਮਲੇ ਨੂੰ ਲੈ ਕੇ ਚਾਰਜ ਸ਼ੀਟ ਹੀ ਦਾਖਲ ਨਹੀਂ ਕੀਤੀ ਗਈ, यानी कि पुलिस के वलों हुण तक चलान पेश नहीं किया गया। इस मामले दे विच देरी इस करके हो रही है क्योंकि यह मामला हुण तक पुलिस के कोल ही है। वकील साहब का कहना है कि जेकर यह अदालत दे विच केस पहुँच जाए फिर असी कुछ कर पावांगे, पर हुण तक यह सारा मामला पुलिस के कोल ही पिया है। चार्जशीट दाखिल नहीं की गई, चलान पेश नहीं किया गया, जिस करके वो अगलेरी कार्रवाई नहीं कर पा रहे। ਉਹ ਲੋਕ ਜਿਹੜੇ ਕਿ ਦਾਅਵਾ ਕਰਦੇ ਸਨ ਕਿ ਜਲਦ ਹੀ ਇਸ ਸਾਰੇ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾਵੇਗੀ, ਉਹਨਾਂ ਲੀਡਰਾਂ ਤੇ ਵੀ ਲੋਕੀ ਹੁਣ ਸਵਾਲ ਖੜੇ ਕਰ ਰਹੇ ਨੇ, ਜਿਨ੍ਹਾਂ ਦਾ ਕਹਿਣਾ ਸੀ ਕਿ ਹਫ਼ਤੇ ਦੇ ਅੰਦਰ ਅੰਦਰ ਕੋਈ ਵੱਡੀ ਕਾਰਵਾਈ ਹੋਵੇਗੀ। ਉਹ ਸਾਰੀਆਂ ਗੱਲਾਂ ਹੁਣ ਹਵਾ ਹੁੰਦੀਆਂ ਨਜ਼ਰ ਆ ਰਹੀਆਂ ਨੇ। ਦੂਸਰੇ ਪਾਸੇ ਦਿਲਰੋਜ਼ ਦੇ ਪਰਿਵਾਰਕ ਮੈਂਬਰ ਲਗਾਤਾਰ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਦਿਲਰੋਜ਼ ਨੂੰ ਇਨਸਾਫ ਦਿਵਾਇਆ ਜਾ ਸਕੇ। ਹੁਣ ਵੀ ਪਰਿਵਾਰਕ ਮੈਂਬਰ ਅਤੇ ਬਾਕੀ ਲੋਕਾਂ ਦੇ ਵੱਲੋਂ ਕੈਂਡਲ ਮਾਰਚ ਕੱਢੇ ਜਾ ਰਹੇ ਨੇ। ਬੀਤੇ ਦਿਨ ਵੀ ਲੁਧਿਆਣਾ ਦੀਆਂ ਸੜਕਾਂ ਤੇ ਕੈਂਡਲ ਮਾਰਚ ਕੀਤਾ ਗਿਆ। ਦਿਲਰੋਜ਼ ਦੀਆਂ ਤਸਵੀਰਾਂ ਅਤੇ ਮੋਮਬੱਤੀਆਂ ਹੱਥ ਦੇ ਵਿੱਚ ਫੜ ਕੇ ਉਸ ਬੱਚੀ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਸੀ। ਉਹੀ ਬੱਚੀ ਜਿਸ ਨੂੰ ਕਿ ਦਰਿੰਦਗੀ ਦੇ ਨਾਲ ਇੱਕ ਗੁਆਂਢਣ ਦੇ ਵੱਲੋਂ ਖਤਮ ਕਰ ਦਿੱਤਾ ਗਿਆ ਸੀ। ਆਪਣੀ ਘਟੀਆ ਸੋਚ ਦਾ ਸ਼ਿਕਾਰ ਉਸ ਛੋਟੀ ਬੱਚੀ ਨੂੰ ਬਣਾਇਆ ਗਿਆ ਜਿਸ ਨੇ ਕਿ ਇਸ ਗੁਆਂਢਣ ਤੇ ਵਿਸ਼ਵਾਸ ਕੀਤਾ ਸੀ। ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਨੇ। ਦਿਲਰੋਜ਼ ਦੇ ਮਾਤਾ ਜੀ ਦਾ ਹਾਲ ਬਹੁਤ ਜ਼ਿਆਦਾ ਬੁਰਾ ਸੀ। ਤੁਸੀਂ ਦੇਖਿਆ ਹੋਣਾ ਬੀਤੇ ਦਿਨ ਹੀ ਕੁਝ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਉਹ ਹੋਸ਼ ਦੇ ਵਿੱਚ ਵੀ ਕਾਫੀ ਮੁਸ਼ਕਿਲ ਦੇ ਨਾਲ ਆਉਂਦੇ ਦਿਖਾਈ ਦਿੰਦੇ ਸਨ। ਖਾਣਾ ਪੀਣਾ ਛੱਡ ਚੁੱਕੇ ਸੀ ਤੇ ਕਹਿਣਾ ਸੀ ਉਹਨਾਂ ਦਾ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਹੀ ਦਾਖਲ ਕਰਵਾਉਣਾ ਪਵੇਗਾ, ਪਰ ਘਰ ਦੀ ਹਾਲਤ ਇਹ ਜੀ ਬਣੀ ਹੋਈ ਸੀ ਕਿ ਉਹਨਾਂ ਦੇ ਸਹੁਰਾ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਉਸ ਨੂੰ ਹਸਪਤਾਲ ਦੇ ਵਿੱਚ ਵੀ ਦਾਖਲ ਨਹੀਂ ਕਰਵਾ ਸਕਦੇ। ਘਰ ਦੇ ਮਾੜੇ ਹਾਲਾਤ ਬਣਾ ਦਿੱਤੇ ਗਏ ਨੇ, ਤਰਸਯੋਗ ਹਾਲਾਤ ਨੇ। ਦਿਨ ਰਾਤ ਸੋਚਾਂ ਦੇ ਵਿੱਚ ਡੁੱਬਿਆ ਪਰਿਵਾਰ ਦਿਲਰੋਜ਼ ਨੂੰ ਜਿੱਥੇ ਯਾਦ ਕਰ ਕਰ ਰੋਂਦਾ, ਉੱਥੇ ਹੀ ਉਸਦੇ ਇਨਸਾਫ ਦੇ ਲਈ ਵੀ ਉਹਨਾਂ ਨੂੰ ਹੰਝੂ ਵਹਾਣੇ ਪੈ ਰਹੇ ਨੇ। ਹਾਲਾਂਕਿ ਦਿਲਰੋਜ਼ ਦੇ ਪਿਤਾ ਜੀ ਖੁਦ ਪੁਲਿਸ ਮਹਿਕਮੇ ਦੇ ਵਿੱਚ ਨੇ, ਉਸ ਦੇ ਬਾਵਜੂਦ ਵੀ ਨਿਆਂ ਦੇ ਵਿੱਚ ਇੰਨੀ ਦੇਰੀ ਹੋ ਰਹੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸੇ ਆਮ ਬੰਦੇ ਨੂੰ ਕਿੰਨੀਆਂ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਕਿੰਨੇ ਹੀ ਕੇਸ ਹੁਣ ਤੱਕ ਹੋਏ ਨੇ ਜਿਸ ਦੇ ਵਿੱਚ ਦੇਰੀ ਹੁੰਦੇ ਹੁੰਦੇ ਫਿਰ ਇਨਸਾਫ ਤੋਂ ਵੀ ਬੇਮੁਖ ਹੋ ਜਾਂਦੇ ਨੇ ਲੋਕ। ਉਹਨਾਂ ਨੂੰ ਨਹੀਂ ਲੱਗਦਾ ਕਿ ਹੁਣ ਇਸ ਮਾਮਲੇ ਦੇ ਵਿੱਚ ਕੁਝ ਹੋਵੇਗਾ, ਪਰ ਇਸ ਸਾਰੇ ਮਾਮਲੇ ਨੂੰ ਲੈ ਕੇ ਜਿਸ ਦੇ ਵਿੱਚ ਦਿਲਰੋਜ਼ ਨੂੰ ਪਹਿਲਾਂ ਲਿਜਾਇਆ ਗਿਆ ਅਤੇ ਫਿਰ ਜਿੰਦਾ ਮਿੱਟੀ ਦੇ ਵਿੱਚ ਦੱਬਿਆ ਗਿਆ, ਮਾਰਿਆ ਵੀ ਗਿਆ ਸੀ, ਸਿਰ ਦੇ ਵਿੱਚ ਸੱਟਾਂ ਲੱਗੀਆਂ ਸਨ। ਇਸ ਮਾਮਲੇ ਦੀ ਜਿੱਥੇ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਕਿ ਕਿਵੇਂ ਕਲੌਟਸ ਬਣੇ ਹੋਏ ਸੀ, ਉਸਦੇ ਸਿਰ ਦੇ ਵਿੱਚ ਖੂਨ ਜੰਮ ਗਿਆ ਸੀ, ਸੱਜੇ ਅਤੇ ਖੱਬੇ ਦੋਹਾਂ ਪਾਸੇ ਇੱਟ ਦੇ ਨਾਲ ਵਾਰ ਕੀਤਾ ਹੋਇਆ ਸੀ ਜਿਸ ਤਰ੍ਹਾਂ ਕਿ ਦੱਸਿਆ ਜਾ ਰਿਹਾ ਹੈ। ਤੇ ਦੂਸਰੇ ਪਾਸੇ ਇਹ ਵੀ ਕਿਹਾ ਗਿਆ ਕਿ ਉਸਦੇ ਲੰਗਸ ਤੱਕ, ਫੇਫੜਿਆਂ ਤੱਕ ਵੀ ਰੇਤਾ ਪਹੁੰਚ ਚੁੱਕਿਆ ਸੀ। ਉਸਦੇ ਮੂੰਹ ਦੇ ਵਿੱਚ ਮਿੱਟੀ ਭਰ ਭਰ ਕੇ ਪਾਈ ਗਈ ਸੀ। ਫੇਫੜਿਆਂ ਦੇ ਵਿੱਚ ਪਹੁੰਚਣ ਕਰਕੇ ਸਾਹ ਘੁੱਟਿਆ ਤੇ ਉਸ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ। ਉਸ ਬੱਚੀ ਨੂੰ ਦਬਾ ਦਿੱਤਾ ਗਿਆ ਸੀ ਮਿੱਟੀ ਦੇ ਵਿੱਚ ਅਤੇ ਉੱਪਰ ਝਾੜੀਆਂ ਰੱਖ ਦਿੱਤੀਆਂ ਗਈਆਂ। ਕਾਫੀ ਜਹਿਦ ਕਰਨ ਤੋਂ ਬਾਅਦ ਲਾਸ਼ ਮਿਲੀ ਸੀ ਕਿਉਂਕਿ ਉਸ ਤੋਂ ਪਹਿਲਾਂ ਉੱਥੇ ਗਾਰਡ ਵੀ ਮੌਜੂਦ ਸੀ। ਗਾਰਡ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਦਿਲਰੋਜ਼ ਨੂੰ ਲੱਭਣ ਦੀ। ਨੇੜੇ ਹੀ ਚੈੱਕ ਪੋਸਟ ਸੀ 100 ਮੀਟਰ ਤੇ ਉੱਥੋਂ ਵੀ ਪੁਲਿਸ ਨੇ ਆ ਕੇ ਦਿਲਰੋਜ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ, ਪਰ ਦਿਲਰੋਜ਼ ਨਹੀਂ ਮਿਲੀ ਸੀ। ਉਸ ਤੋਂ ਬਾਅਦ ਇਸ ਗੁਆਂਢਣ ਦੇ ਵੱਲੋਂ ਪੁਲਿਸ ਦੇ ਨਾਲ ਜਾ ਕੇ ਹੀ ਦੱਸਿਆ ਗਿਆ ਕਿ ਬੱਚੀ ਕਿੱਥੇ ਹੈ, ਕਿਉਂਕਿ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤੇ ਫਿਰ ਇਸਨੇ ਕਬੂਲ ਕਰ ਲਿਆ ਕਿ ਇਸਨੇ ਬੱਚੀ ਨੂੰ ਕਿੱਥੇ ਦੱਬਿਆ। ਹਾਲਾਂਕਿ ਸਾਰੇ ਮਾਮਲੇ ਨੂੰ ਲੈ ਕੇ ਗਵਾਹ ਵੀ ਮੌਜੂਦ ਨੇ, ਸਭ ਕੁਝ ਸਾਹਮਣੇ ਆ ਲੋਕਾਂ ਦੇ, ਪਰ ਫਿਰ ਵੀ ਇਨਸਾਫ ਦੇ ਵਿੱਚ ਇੰਨੀ ਦੇਰੀ ਹੋਣ ਦਾ ਕਾਰਨ ਲੋਕਾਂ ਨੂੰ ਸਮਝ ਨਹੀਂ ਆ ਰਿਹਾ। ਇਸ ਮਾਮਲੇ ਦੇ ਨਾਲ ਉਸ ਸਮੇਂ ਤੱਕ ਸਾਰੇ ਲੋਕ ਜੁੜੇ ਰਹਿਣਗੇ ਜਦੋਂ ਤੱਕ ਕਿ ਇਨਸਾਫ ਨਹੀਂ ਮਿਲ ਜਾਂਦਾ।
ਹਰ ਕੋਈ ਇਹੀ ਪੁਕਾਰ ਕਰ ਰਿਹਾ ਹੈ ਕਿ ਉਸ ਬੱਚੀ ਦੀ ਮਾਂ-ਬਾਪ ਨੂੰ ਸੰਤੁਸ਼ਟੀ ਮਿਲਣੀ ਚਾਹੀਦੀ ਹੈ, ਇਨਸਾਫ ਮਿਲਣਾ ਚਾਹੀਦਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਨੂੰ ਇੱਕ ਬਿਹਤਰ ਸਮਾਜ ਬਣਾਇਆ ਜਾ ਸਕੇ, ਰਹਿਣਯੋਗ ਵਧੀਆ ਜਗ੍ਹਾ ਬਣਾਇਆ ਜਾ ਸਕੇ। ਤਾਂ ਹੀ ਹੋ ਸਕਦਾ ਹੈ ਜੇਕਰ ਇਸ ਦਰਿੰਦਗੀ ਨੂੰ ਖਤਮ ਕੀਤਾ ਜਾਵੇ, ਅਜਿਹੀ ਸੋਚ ਨੂੰ ਖਤਮ ਕੀਤਾ ਜਾਵੇ ਜਿਹੜੇ ਬੱਚਿਆਂ ਦੇ ਪ੍ਰਤੀ ਇੰਨੀ ਕਰੂਰਤਾ ਰੱਖਦੀ ਹੈ। ਦੱਸ ਦਈਏ ਕਿ ਦਿਲਰੋਜ਼ ਨੂੰ ਜਿਸ ਸਮੇਂ ਘਰ ਤੋਂ ਲਿਜਾਇਆ ਗਿਆ ਸੀ, ਉਹ ਘਰ ਦੇ ਬਾਹਰ ਇਕੱਲੀ ਖੜੀ ਹੋਈ ਸੀ, ਘਰ ਦੇ ਗੇਟ ਦੇ ਵਿੱਚ ਹੀ ਖੜੀ ਸੀ। ਘਰਦਿਆਂ ਨੂੰ ਵੀ ਪਤਾ ਸੀ ਕਿ ਬੱਚੀ ਬਾਹਰ ਹੈ ਅਤੇ ਸਿਰਫ 5-10 ਮਿੰਟਾਂ ਦਾ ਹੀ ਉਹ ਸਮਾਂ ਰਿਹਾ ਹੋਵੇਗਾ ਜਦੋਂ ਬੱਚੀ ਨੂੰ ਬਾਹਰ ਛੱਡਿਆ ਗਿਆ ਸੀ ਔਰ ਉਸੇ ਸਮੇਂ ਦੇ ਦੌਰਾਨ ਉਹ ਗਵਾਂਢਣ ਉਸ ਨੂੰ ਆਪਣੀ ਸਕੂਟਰੀ ਦੇ ਅੱਗੇ ਖੜੇ ਕਰਕੇ ਲੈ ਗਈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਅੱਖਾਂ ਦੇ ਵਿੱਚ ਕੋਈ ਸ਼ਰਮ ਨਹੀਂ ਹੈ, ਕਿਸ ਤਰ੍ਹਾਂ ਦੇ ਨਾਲ ਇਹ ਸਵਾਲ ਜਵਾਬ ਕਰ ਰਹੀ ਸੀ। ਔਰ ਜਦੋਂ ਪੁੱਛਿਆ ਗਿਆ ਕਿ ਤੇਰੀ ਦੁਸ਼ਮਣੀ ਕੀ ਸੀ ਮਾਪਿਆਂ ਦੇ ਨਾਲ, ਤਾਂ ਇਹੀ ਕਿਹਾ ਇਸਨੇ ਕਿ ਜਾ ਕੇ ਉਸਦੇ ਮਾਪਿਆਂ ਨੂੰ ਪੁੱਛੋ, ਉਸ ਬੱਚੀ ਦੇ ਮਾਪਿਆਂ ਨੂੰ ਪੁੱਛਿਆ ਜਾਵੇ। ਦੂਸਰੀ ਵਾਰ ਜਦੋਂ ਅਦਾਲਤ ਦੇ ਵਿੱਚ ਲਿਜਾਂਦਾ ਜਾ ਰਿਹਾ ਸੀ, ਉਸ ਸਮੇਂ ਵੀ ਪੁੱਛਿਆ ਗਿਆ ਸੀ ਕਿ ਕਿਉਂ ਬੱਚੀ ਨੂੰ ਖਤਮ ਕੀਤਾ ਗਿਆ, ਕੋਈ ਜਵਾਬ ਨਹੀਂ ਦਿੱਤਾ ਗਿਆ ਸੀ। ਔਰ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਨਵੇਂ-ਨਵੇਂ ਖੁਲਾਸੇ ਹੋਣੇ ਬਣਦੇ ਨੇ। ਕਿਹਾ ਜਾ ਰਿਹਾ ਹੈ ਕਿ ਇਸ ਦਾ ਸੰਬੰਧ ਕਿਸੇ ਗਿਰੋਹ ਦੇ ਨਾਲ ਵੀ ਹੈ, ਇਹ ਨਸ਼ੇ ਵੀ ਕਰਦੀ ਸੀ ਔਰ ਹੋ ਸਕਦਾ ਹੈ ਕਿ ਵੇਚਦੀ ਵੀ ਹੋਵੇ। ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਨਸ਼ੇ ਕੀਤੇ ਬਿਨਾਂ ਕੋਈ ਅਜਿਹਾ ਦਰਿੰਦਗੀ ਭਰਿਆ ਕੰਮ ਕਰ ਹੀ ਨਹੀਂ ਸਕਦਾ। ਲੋਕਾਂ ਨੂੰ ਹੁਣ ਤੱਕ ਯਕੀਨ ਨਹੀਂ ਆ ਰਿਹਾ ਕਿ ਇਹ 2 ਬੱਚਿਆਂ ਦੀ ਮਾਂ ਗਵਾਂਢਣ ਔਰਤ ਜਿਸ ਨੂੰ ਦਿਲਰੋਜ਼ ਭੂਆ ਕਹਿੰਦੀ ਸੀ, ਉਸਨੇ ਉਸ ਛੋਟੀ ਜਿਹੀ ਨੰਨੀ ਜਾਨ ਨੂੰ ਖਤਮ ਕਰ ਦਿੱਤਾ। ਇਸ ਸਾਰੇ ਮਾਮਲੇ ਦੇ ਵਿੱਚ ਹੁਣ ਇਨਸਾਫ ਦਿਵਾਉਣ ਦੇ ਲਈ ਇੱਕ ਲੜਾਈ ਲੜੀ ਜਾ ਰਹੀ ਹੈ। ਕਾਫੀ ਸਮਾਂ ਬੀਤਣ ਤੋਂ ਬਾਅਦ ਵੀ ਜਦੋਂ ਇਹ ਖਬਰ ਸਾਹਮਣੇ ਆਈ ਕਿ ਅਦਾਲਤ ਦੇ ਵਿੱਚ ਹੁਣ ਤੱਕ ਕੇਸ ਨਹੀਂ ਪਹੁੰਚਿਆ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ। ਹਫ਼ਤੇ ਅਤੇ 15 ਦਿਨ ਦੇ ਵਿੱਚ ਇਨਸਾਫ ਦਿਵਾਉਣ ਦੀਆਂ ਗੱਲਾਂ ਕਰਦੇ ਸੀ, ਪਰ ਇਸ ਸਮੇਂ ਤਾਂ ਚਲਾਨ ਤੱਕ ਪੇਸ਼ ਨਹੀਂ ਕੀਤਾ ਗਿਆ। ਇਸ ਸਾਰੇ ਮਾਮਲੇ ਨੂੰ ਲੈ ਕੇ ਦਿਲਰੋਜ਼ ਦੇ ਦਾਦਾ ਜੀ ਦੇ ਵੱਲੋਂ ਵੀ ਲੋਕਾਂ ਦੇ ਨਾਲ ਜਾ ਕੇ ਸੜਕਾਂ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੀਤੇ ਦਿਨ ਕੈਂਡਲ ਮਾਰਚ ਕੀਤਾ ਗਿਆ ਸੀ। ਹਰਪ੍ਰੀਤ ਸਿੰਘ ਜੋ ਕਿ ਦਿਲਰੋਜ਼ ਦੇ ਪਿਤਾ ਜੀ ਨੇ, ਉਹ ਵੀ ਉਸ ਸਮੇਂ ਮੌਜੂਦ ਸੀ ਤੇ ਇੱਧਰ ਦਿਲਰੋਜ਼ ਦੇ ਮਾਤਾ ਜੀ ਦਾ ਵੀ ਇਹੀ ਕਹਿਣਾ ਹੈ ਕਿ ਹੁਣ ਮੈਂ ਇਹੀ ਚਾਹੁੰਦੀ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਸੀ ਕਿ ਅਸੀਂ ਕਿਸ ਤਰ੍ਹਾਂ ਦੀ ਸਜ਼ਾ ਦੀ ਉਮੀਦ ਕਰਦੇ ਹਾਂ, ਪਰ ਉਹ ਸਜ਼ਾ ਤਾਂ ਖੈਰ ਨਹੀਂ ਮਿਲ ਸਕਦੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਉਸੇ ਤਰ੍ਹਾਂ ਹੀ ਕਿ ਇਹ ਨੀਲਮ ਨਾਮ ਦੀ ਗਵਾਂਢਣ ਆਪਣੇ ਬੱਚਿਆਂ ਨੂੰ ਲਿਜਾ ਕੇ ਮਿੱਟੀ ਉਹਨਾਂ ਦੇ ਮੂੰਹ ਦੇ ਵਿੱਚ ਭਰ ਸਕਦੀ ਹੈ। ਇਸ ਤੋਂ ਇਲਾਵਾ ਦਿਲਰੋਜ਼ ਦੇ ਦਾਦਾ ਜੀ ਦਾ ਕਹਿਣਾ ਸੀ ਕਿ ਅਜਿਹੇ ਮਾਮਲਿਆਂ ਦੇ ਵਿੱਚ ਸਜ਼ਾ ਲੁਕ ਛਿਪ ਕੇ ਨਹੀਂ ਦੇਣੀ ਚਾਹੀਦੀ ਅਤੇ ਸਜ਼ਾ ਵੀ ਅਜਿਹੀ ਹੋਣੀ ਚਾਹੀਦੀ ਹੈ ਜਿਸ ਤੋਂ ਲੋਕਾਂ ਨੂੰ ਵੀ ਸਬਕ ਮਿਲੇ ਕਿ ਕਿਸੇ ਦੇ ਬੱਚਿਆਂ ਦੀ ਜ਼ਿੰਦਗੀ ਕਿਸੇ ਹੋਰ ਦੀ ਜ਼ਿੰਦਗੀ ਦੇ ਨਾਲ ਉਹ ਖਿਲਵਾੜ ਨਾ ਕਰਨ। ਫੁੱਲਾਂ ਵਾਂਗ ਮਹਿਕਦੀ ਦਿਲਰੋਜ਼ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਤੇ ਲੋਕਾਂ ਦੇ ਵੱਲੋਂ ਹੁਣ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਦਿਲਰੋਜ਼ ਨੂੰ ਜਲਦ ਹੀ ਇਨਸਾਫ ਮਿਲ ਸਕੇ। ਪਰ ਜਦੋਂ ਤੱਕ ਪੁਲਿਸ ਦੇ ਵੱਲੋਂ ਚਲਾਨ ਨਹੀਂ ਪੇਸ਼ ਕੀਤਾ ਜਾਂਦਾ, ਚਾਰਜ ਸ਼ੀਟ ਦਾਖਲ ਨਹੀਂ ਕਰਵਾਈ ਜਾਂਦੀ, ਉਸ ਸਮੇਂ ਤੱਕ ਵਕੀਲਾਂ ਦਾ ਕਹਿਣਾ ਹੈ ਕਿ ਸਾਡੇ ਵੀ ਹੱਥ ਖੜੇ ਨੇ। ਉਹ ਕੋਸ਼ਿਸ਼ ਕਰਦੇ ਨੇ ਕਿ ਜਲਦ ਤੋਂ ਜਲਦ ਇਹ ਮਾਮਲਾ ਅਦਾਲਤਾਂ ਦੇ ਵਿੱਚ ਪਹੁੰਚੇ ਤਾਂ ਕਿ ਉਹ ਬੱਚੀ ਨੂੰ ਇਨਸਾਫ ਦਿਵਾ ਸਕਣ। ਵਕੀਲਾਂ ਦਾ ਕਹਿਣਾ ਹੈ ਕਿ ਸਾਡੀ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਤਿਆਰੀ ਕੀਤੀ ਹੋਈ ਹੈ, ਅਸੀਂ ਹਰ ਇੱਕ ਉਸ ਸਵਾਲ ਦੇ ਜਵਾਬ ਦੇ ਲਈ ਤਿਆਰ ਹਾਂ ਜਿਸ ਨੂੰ ਲੈ ਕੇ ਦਿਲਰੋਜ਼ ਨੂੰ ਇਨਸਾਫ ਦਿਵਾਇਆ ਜਾਣਾ ਹੈ। ਇਹ ਕੇਸ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਸਟਰੋਂਗ ਕੇਸ ਹੈ ਅਤੇ ਇਸ ਗਵਾਂਢਣ ਨੂੰ ਸਜ਼ਾ ਹੋ ਕੇ ਰਹੇਗੀ। 101% ਉਹਨਾਂ ਦਾ ਕਹਿਣਾ ਸੀ ਕਿ ਉਮਰ ਕੈਦ ਤਾਂ ਬਣਦੀ ਹੀ ਹੈ, ਪਰ ਦੂਸਰੇ ਪਾਸੇ ਉਹ ਚਾਹ ਰਹੇ ਨੇ ਕਿ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਹੋਵੇ, ਪਰ ਉਸ ਦੇ ਲਈ ਪੁਲਿਸ ਦੇ ਵੱਲੋਂ ਚਲਾਨ ਪੇਸ਼ ਕਰਨਾ ਪਹਿਲਾਂ ਬੇहद ਜ਼ਰੂਰੀ ਹੈ। ਦੇਖਣਾ ਹੋਵੇਗਾ ਕਿ ਹੁਣ ਪੁਲਿਸ ਦੇ ਵੱਲੋਂ ਫਟਾਫਟ ਕਾਰਵਾਈ ਕਦੋਂ ਕੀਤੀ ਜਾਂਦੀ ਹੈ ਤੇ ਅਦਾਲਤਾਂ ਦੇ ਵਿੱਚ ਕੇਸ ਪਹੁੰਚਣ ਤੋਂ ਬਾਅਦ ਨੀਲਮ ਨਾਮ ਦੀ ਇਸ ਗਵਾਂਢਣ ਨੂੰ, ਦਿਲਰੋਜ਼ ਦੀ ਕਾਤਿਲ ਨੂੰ ਸਜ਼ਾ ਕਦੋਂ ਮਿਲਦੀ ਹੈ।